ਪਿਆਰਿਓ, ਅੱਜ ਦੀ ਇਸ ਵੀਡੀਓ ਵਿੱਚ ਅਸੀਂ ਆਰਾਧਨਾ ਸੰਬੰਧੀ ਕੁਝ ਪ੍ਰਸ਼ਨਾਂ ਦੇ ਉੱਤਰ ਜਾਣਨ ਦੀ ਕੋਸ਼ਿਸ਼ ਕਰਾਂਗੇ, ਜਿਵੇਂ ਕਿ ਆਰਾਧਨਾ ਕੀ ਹੈ, ਆਰਾਧਨਾ ਕੌਣ ਕਰ ਸਕਦਾ ਹੈ, ਆਰਾਧਨਾ ਕਰਨ ਦੇ ਯੋਗ ਹੋਣ ਲਈ ਕੀ ਕਰਨਾ ਚਾਹੀਦਾ ਹੈ, ਆਰਾਧਨਾ ਵਿੱਚ ਸਾਜ਼ਾਂ ਦੀ ਕੀ ਮਹੱਤਤਾ ਹੈ। ਜਦੋਂ ਵੀ ਆਰਾਧਨਾ ਸ਼ਬਦ ਆਉਂਦਾ ਹੈ ਤਾਂ ਇਸ ਸੰਬੰਧੀ ਸਾਡਾ ਵਿਚਾਰ ਸਾਜ਼ਾਂ ਨਾਲ ਪਰਮੇਸ਼ਵਰ ਲਈ ਗੀਤ ਗਾਉਣਾ ਹੁੰਦਾ ਹੈ। ਜਦੋਂ ਪਰਮੇਸ਼ਵਰ ਦੀ ਆਰਾਧਨਾ ਜਾਂ ਵਡਿਆਈ ਕਰਨ ਦੀ ਗੱਲ ਆਉਂਦੀ ਹੈ ਤਾਂ ਅਕਸਰ ਬਾਈਬਲ ਵਿੱਚ ਸ਼ਬਦ ਆਰਾਧਨਾ ਅਤੇ ਉਸਤਤ ਇਕੱਠੇ ਮਿਲ ਕੇ ਇਸ ਦੇ ਸੰਪੂਰਨ ਅਰਥ ਨੂੰ ਸਾਨੂੰ ਦਿੰਦੇ ਹਨ। ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਅਸੀਂ ਉਸਤਤ ਅਤੇ ਆਰਾਧਨਾ ਲਈ ਸਿਰਜੇ ਗਏ ਸੀ। ਅਸਲ ਵਿੱਚ ਸਾਡੇ ਜੀਵਨ ਦੀ ਸਭ ਤੋਂ ਵੱਡੀ ਇੱਛਾ ਪਰਮੇਸ਼ਵਰ ਦੀ ਉਸਤਤ ਅਤੇ ਆਰਾਧਨਾ ਕਰਨਾ ਹੀ ਹੋਣਾ ਚਾਹੀਦਾ ਹੈ। ਸਾਨੂੰ ਉਸ ਦੀ ਆਰਾਧਨਾ ਦੇ ਉਦੇਸ਼ ਲਈ ਹੀ ਜੀਉਣਾ ਚਾਹੀਦਾ ਹੈ। ਪਰ ਆਰਾਧਨਾ ਕੀ ਹੈ, ਇਹ ਸਮਝਣਾ ਬਹੁਤ ਜ਼ਰੂਰੀ ਹੈ। ਪਹਿਲੀ ਵਾਰ ਸ਼ਬਦ ਆਰਾਧਨਾ ਉਦੋਂ ਵਰਤਿਆ ਗਿਆ ਜਦੋਂ ਅਬਰਾਹਮ ਪਹਾੜ ਮੋਰੀਆ ਤੇ ਪਰਮੇਸ਼ਵਰ ਦੇ ਹੁਕਮ ਦੀ ਆਗਿਆਕਾਰੀ ਵਿੱਚ ਆਪਣੇ ਪੁੱਤਰ ਇਸਹਾਕ ਦੇ ਬਲੀਦਾਨ ਲਈ ਇੱਕ ਜਗਵੇਦੀ ਬਣਾਉਣ ਜਾ ਰਿਹਾ ਸੀ। ਉਤਪਤ 22 ਅਧਿਆਇ ਉਸ ਦੀ 5 ਆਇਤ ਵਿੱਚ ਲਿਖਿਆ ਹੈ, ਤਾਂ ਅਬਰਾਹਮ ਨੇ ਆਪਣੇ ਜਵਾਨਾਂ ਨੂੰ ਆਖਿਆ, ਤੁਸੀਂ ਇੱਥੇ ਗਧੇ ਦੇ ਕੋਲ ਬੈਠੇ ਰਹੋ, ਮੈਂ ਅਰੇ ਮੁੰਡਾ ਥੋੜੀ ਦੂਰ ਅੱਗੇ ਜਾਵਾਂਗੇ ਅਤੇ ਮੱਥਾ ਟੇਕ ਕੇ ਤੁਹਾਡੇ ਕੋਲ ਮੁੜ ਆਵਾਂਗੇ। ਸ਼ਬਦ ਮੱਥਾ ਟੇਕਣਾ ਇੱਥੇ ਆਰਾਧਨਾ ਸ਼ਬਦ ਵਜੋਂ ਵਰਤਿਆ ਗਿਆ ਹੈ। ਇਹ ਆਰਾਧਨਾ ਲਈ ਪਹਿਲੇ ਵਰਣਨ ਤੋਂ ਅਸੀਂ ਇਹ ਸਿੱਖਦੇ ਹਾਂ ਕਿ ਆਰਾਧਨਾ ਇੱਕ ਆਗਿਆਕਾਰੀ ਦਾ ਕੰਮ ਹੈ ਜੋ ਬਲੀਦਾਨ ਦੀ ਮੰਗ ਕਰਦਾ ਹੈ। ਜਦੋਂ ਅਸੀਂ ਬਾਈਬਲ ਵਿੱਚ ਦਿੱਤੇ ਹੋਰਨਾਂ ਸ਼ਬਦਾਂ ਤੇ ਵੀ ਗੌਰ ਕਰਦੇ ਹਾਂ ਤਾਂ ਅਸੀਂ ਵੇਖਦੇ ਹਾਂ ਕਿ ਆਰਾਧਨਾ ਸ਼ਬਦ ਅਕਸਰ ਸਰੀਰਕ ਕਿਰਿਆ ਨਾਲ ਸੰਬੰਧਿਤ ਸੀ ਅਤੇ ਉਸਤਤ ਸ਼ਬਦ ਸਾਡੀ ਆਵਾਜ਼ ਨਾਲ ਪਰਮੇਸ਼ਵਰ ਦੀ ਵਡਿਆਈ ਕਰਨ ਨਾਲ ਸੰਬੰਧਿਤ ਸੀ। ਪੁਰਾਣੇ ਨੇਮ ਵਿੱਚ ਉਸਤਤ ਦਾ ਵਰਣਨ ਕਰਨ ਲਈ ਕਈ ਵੱਖ-ਵੱਖ ਅਤੇ ਵਿਸ਼ੇਸ਼ ਇਬਰਾਨੀ ਸ਼ਬਦ ਵਰਤੇ ਗਏ ਸਨ। ਇਹਨਾਂ ਸ਼ਬਦਾਂ ਦਾ ਅਧਿਐਨ ਸਾਡੀ ਸਮਝ ਨੂੰ ਵਧਾਵੇਗਾ ਕਿ ਉਸਤਤ ਅਤੇ ਆਰਾਧਨਾ ਦਾ ਕੀ ਅਰਥ ਹੈ। ਉਸਤਤ ਲਈ ਇਬਰਾਨੀ ਸ਼ਬਦ ਬਹੁਤ ਜ਼ਿਆਦਾ ਜੋਸ਼ ਅਤੇ ਕਿਰਿਆ ਨੂੰ ਪ੍ਰਗਟ ਕਰਦੇ ਹਨ। ਇਸ ਵਿਸ਼ੇ ਤੇ ਅਧਿਐਨ ਲਈ ਆਓ ਅਸੀਂ ਉਸਤਤ ਅਤੇ ਆਰਾਧਨਾ ਲਈ ਦਿੱਤੇ ਪੁਰਾਣੇ ਅਤੇ ਨਵੇਂ ਨਿਯਮ ਦੇ ਕੁਝ ਸ਼ਬਦਾਂ ਤੇ ਗੌਰ ਕਰੀਏ। ਨੰਬਰ 1, ਹਲਾਲ। ਹਲਾਲ ਸਭ ਤੋਂ ਜ਼ਿਆਦਾ ਅਕਸਰ ਉਸਤਤ ਵਜੋਂ ਅਨੁਵਾਦ ਕੀਤਾ ਗਿਆ ਸ਼ਬਦ ਹੈ। ਇਹ ਪੁਰਾਣੇ ਨੇਮ ਵਿੱਚ 160 ਵਾਰ ਤੋਂ ਵੀ ਜ਼ਿਆਦਾ ਵਾਰ ਆਉਂਦਾ ਹੈ। ਇਸ ਦੀ ਉਦਾਹਰਨ ਸਾਨੂੰ ਜ਼ਬੂਰ 35:18 ਵਿੱਚ ਮਿਲਦੀ ਹੈ, ਮੈਂ ਮਹਾਸਭਾ ਵਿੱਚ ਤੇਰਾ ਧੰਨਵਾਦ ਕਰਾਂਗਾ, ਬਹੁਤਿਆਂ ਲੋਕਾਂ ਵਿੱਚ ਮੈਂ ਤੇਰੀ ਉਸਤਤ ਕਰਾਂਗਾ। ਨੰਬਰ 2, ਤਹਿਲੀਆ। ਤਹਿਲੀਆ ਸ਼ਬਦ ਦਾ ਬਲ ਗਾਉਣ ਤੇ ਹੈ। ਇਹ ਪੁਰਾਣੇ ਨੇਮ ਵਿੱਚ 57 ਵਾਰ ਵਰਤਿਆ ਗਿਆ ਹੈ। ਇਸ ਦਾ ਅਰਥ ਹੈ ਉਸਤਤ ਦੇ ਸਪਸ਼ਟ ਗੀਤ ਗਾਉਣਾ। ਇਸ ਦੀ ਉਦਾਹਰਨ ਜ਼ਬੂਰ 119 ਉਸ ਦੀ 171 ਵਿੱਚ ਹੈ, ਮੇਰੇ ਬੁੱਲ ਤੇਰੀ ਉਸਤਤ ਉਚਾਰਨ, ਕਿਉਂ ਜੋ ਤੂੰ ਆਪਣੀਆਂ ਵਿਧੀਆਂ ਮੈਨੂੰ ਸਿਖਾਉਂਦਾ ਹੈ। ਨੰਬਰ 3, ਸ਼ਾਬਾਕ ਅਰਥਾਤ ਉੱਚੀ ਆਵਾਜ਼ ਨਾਲ ਬੋਲਣਾ। ਜ਼ਬੂਰ 63 ਉਸ ਦੀ 3 ਵਿੱਚ ਇਹ ਸ਼ਬਦ ਆਉਂਦਾ ਹੈ, ਇਸ ਲਈ ਕਿ ਤੇਰੀ ਦਇਆ ਜੀਵਨ ਨਾਲੋਂ ਵੀ ਚੰਗੀ ਹੈ, ਮੇਰੇ ਬੁੱਲ ਤੇਰੀ ਉਸਤਤ ਕਰਨਗੇ। ਨੰਬਰ 4, ਯਾਡਾ ਅਤੇ ਤੋੜਾ। ਇਹ ਦੋਵੇਂ ਸ਼ਬਦ ਇੱਕ ਦੂਜੇ ਨਾਲ ਸੰਬੰਧਿਤ ਹਨ, ਜਿਸ ਦਾ ਅਰਥ ਹੈ ਧੰਨਵਾਦ ਵਿੱਚ ਹੱਥ ਚੁੱਕਣਾ। ਇਸ ਦੀ ਇੱਕ ਉਦਾਹਰਨ ਜ਼ਬੂਰ 109 ਉਸ ਦੀ 30 ਆਇਤ ਵਿੱਚ ਹੈ, ਮੈਂ ਆਪਣੇ ਮੂੰਹ ਨਾਲ ਯਹੋਵਾ ਦਾ ਬਹੁਤ ਧੰਨਵਾਦ ਕਰਾਂਗਾ ਅਤੇ ਬਹੁਤਿਆਂ ਦੇ ਵਿੱਚ ਉਹਦੀ ਉਸਤਤ ਕਰਾਂਗਾ। ਨੰਬਰ 5, ਬਾਰਕ। ਬਾਰਕ ਦਾ ਅਰਥ ਹੈ ਪ੍ਰਸ਼ੰਸਾ ਵਿੱਚ ਗੋਡੇ ਨਿਵਾਉਣਾ। ਕਿਸੇ ਦੇ ਸਾਹਮਣੇ ਗੋਡੇ ਨਿਵਾਉਣਾ ਹਲੀਮਤਾ ਨੂੰ ਪ੍ਰਗਟ ਕਰਨਾ ਅਤੇ ਵਿਅਕਤੀ ਦੀ ਸ਼੍ਰੇਸ਼ਟ ਯੋਗਤਾ ਅਤੇ ਅਹੁਦੇ ਨੂੰ ਪਛਾਣਨਾ ਹੁੰਦਾ ਹੈ। ਜ਼ਬੂਰ 95 ਉਸ ਦੀ 6 ਆਇਤ ਵਿੱਚ ਇਹ ਉਦਾਹਰਨ ਸਾਨੂੰ ਮਿਲਦੀ ਹੈ। ਆਓ ਅਸੀਂ ਮੱਥਾ ਟੇਕੀਏ ਅਤੇ ਨਿਉ ਕੇ ਆਪਣੇ ਸਿਰਜਣਹਾਰ ਦੇ ਅੱਗੇ ਗੋਡੇ ਨਿਵਾਈਏ। ਨੰਬਰ 6, ਸ਼ਾਕਾ ਨੀਵਾਂ ਚੁੱਕਣਾ। ਜ਼ਬੂਰ 95 ਉਸ ਦੀ 6 ਆਇਤ, ਆਓ ਅਸੀਂ ਮੱਥਾ ਟੇਕੀਏ ਅਤੇ ਨਿਉਈਏ। ਦੋਸਤੋ, ਭਾਵੇਂ ਕਿ ਇੱਥੇ ਕਈ ਇਬਰਾਨੀ ਸ਼ਬਦ ਆਰਾਧਨਾ ਸ਼ਬਦ ਲਈ ਅਨੁਵਾਦ ਕੀਤੇ ਗਏ ਹਨ, ਪਰ ਮੁੱਖ ਤੌਰ ਤੇ ਇੱਕੋ ਸ਼ਬਦ ਹੀ ਪੁਰਾਣੇ ਨੇਮ ਵਿੱਚ ਪਰਮੇਸ਼ਵਰ ਪ੍ਰਤੀ ਆਰਾਧਨਾ ਦੇ ਮੁੱਖ ਅਰਥ ਨੂੰ ਦਰਸਾਉਂਦਾ ਹੈ। ਸ਼ਬਦ ਸ਼ਾਕਾ ਦਾ ਅਰਥ ਹੈ ਪਰਮੇਸ਼ਵਰ ਸਾਹਮਣੇ ਆਰਾਧਨਾ ਅਤੇ ਪ੍ਰਸ਼ੰਸਾ ਵਿੱਚ ਨੀਵਾਂ ਚੁੱਕਣਾ। ਇਹ ਇੱਕ ਦਿਲ ਦੇ ਰਵੱਈਏ ਨੂੰ ਵੀ ਪ੍ਰਗਟ ਕਰਦਾ ਹੈ, ਭਾਵੇਂ ਜੇਕਰ ਵਿਅਕਤੀ ਦਾ ਸਰੀਰ ਨਾ ਵੀ ਝੁਕਿਆ ਹੋਇਆ ਹੋਵੇ। ਇਸੇ ਤਰ੍ਹਾਂ ਨਵੇਂ ਨੇਮ ਵਿੱਚ ਵੀ ਕਈ ਯੂਨਾਨੀ ਸ਼ਬਦ ਉਸਤਤ ਦਾ ਵਰਣਨ ਕਰਨ ਲਈ ਵਰਤੇ ਗਏ ਹਨ। ਇਹਨਾਂ ਸ਼ਬਦਾਂ ਦਾ ਅਧਿਐਨ ਵੀ ਪਰਮੇਸ਼ਵਰ ਲਈ ਸਾਡੀ ਉਸਤਤ ਦੀ ਸਮਝ ਨੂੰ ਵਧਾਵੇਗਾ। ਨੰਬਰ 1, ਐਨੀਓ ਜਸ਼ਨ ਜਾਂ ਭੇਂਟ ਲਈ ਉਸਤਤ। ਰੋਮੀਆਂ 15 ਅਧਿਆਇ ਉਸ ਦੀ 11 ਆਇਤ ਵਿੱਚ ਇਸ ਦਾ ਹਵਾਲਾ ਹੈ, ਹੇ ਸਾਰੀਓ ਕੌਮੋ, ਪ੍ਰਭੂ ਦੀ ਉਸਤਤ ਕਰੋ ਅਤੇ ਸਾਰੇ ਲੋਕ ਉਹਦੇ ਗੁਣ ਗਾਉਣ। ਨੰਬਰ 2, ਐਪਨੀਓ ਪ੍ਰਸ਼ੰਸਾ ਜਾਂ ਤਾਰੀਫ ਕਰਨਾ। ਅਫਸੀਆਂ 1 ਅਧਿਆਇ ਉਸ ਦੀ 6 ਆਇਤ, ਵੀ ਉਹਦੀ ਕਿਰਪਾ ਦੀ ਮਹਿਮਾ ਦੀ ਉਸਤਤ ਹੋਵੇ ਜਿਹੜੀ ਉਸ ਨੇ ਉਸ ਦੇ ਪਿਆਰੇ ਵਿੱਚ ਸਾਨੂੰ ਬਖਸ਼ ਦਿੱਤੀ। ਨੰਬਰ 3, ਯੂਲੇਗੋ ਕਿਸੇ ਬਾਰੇ ਚੰਗਾ ਬੋਲਣਾ। ਲੂਕਾ 1 ਅਧਿਆਇ ਉਸ ਦੀ 64 ਆਇਤ, ਉਸੇ ਵੇਲੇ ਉਹਦਾ ਮੂੰਹ ਔਰ ਉਹਦੀ ਜੀਭ ਖੁੱਲ ਗਈ ਅਤੇ ਉਹ ਬੋਲਿਆ ਔਰ ਪਰਮੇਸ਼ਵਰ ਨੂੰ ਮੁਬਾਰਕ ਕਹਿਣ ਲੱਗਾ। ਨੰਬਰ 4, ਡੋਕਸਾ ਅਰਥਾਤ ਸ਼ਾਨਦਾਰ। ਡੋਕਸਾ ਸਰੀਰਕ ਪ੍ਰਗਟਾਓ ਦੀ ਬਜਾਏ ਆਰਾਧਨਾ ਦੁਆਰਾ ਪੈਦਾ ਵਾਤਾਵਰਣ ਦਾ ਜ਼ਿਆਦਾ ਸੰਕੇਤ ਕਰਦਾ ਹੈ। ਯਹੂਨਾ 9 ਅਧਿਆਇ ਉਸ ਦੀ 24 ਆਇਤ, ਉਪਰੰਤ ਉਹਨਾਂ ਨੇ ਉਸ ਮਨੁੱਖ ਨੂੰ ਜਿਹੜਾ ਅੰਨਾ ਸੀ ਦੂਈ ਵਾਰ ਸੱਦਿਆ ਅਤੇ ਉਹਨੂੰ ਆਖਿਆ ਕਿ ਪਰਮੇਸ਼ਵਰ ਦੀ ਵਡਿਆਈ ਕਰ। ਨੰਬਰ 5, ਪ੍ਰੋਸਕੇਨੀਓ। ਪ੍ਰੋਸਕੇਨੀਓ ਦਾ ਅਰਥ ਹੈ ਆਦਰ ਵਜੋਂ ਕਿਸੇ ਅੱਗੇ ਮੱਥਾ ਟੇਕਣਾ। ਮਤੀ ਦੀ ਅੰਜੀਲ 2 ਅਧਿਆਇ ਉਸ ਦੀ 2 ਆਇਤ, ਜਿਹੜਾ ਯਹੂਦੀਆਂ ਦਾ ਪਾਤਸ਼ਾਹ ਜੰਮਿਆ ਹੈ ਉਹ ਕਿੱਥੇ ਹੈ, ਕਿਉਂ ਜੋ ਅਸਾਂ ਚੜ੍ਹਦੇ ਪਾਸੇ ਉਹਦਾ ਤਾਰਾ ਡਿੱਠਾ ਹੈ ਅਤੇ ਉਹਨੂੰ ਮੱਥਾ ਟੇਕਣ ਆਏ ਹਾਂ।
ਪਿਆਰਿਓ, ਜੇਕਰ ਅਸੀਂ ਪੁਰਾਣੇ ਅਤੇ ਨਵੇਂ ਨੇਮ ਦੇ ਇਹਨਾਂ ਸਾਰੇ ਦਿੱਤੇ ਹੋਏ ਸ਼ਬਦਾਂ ਦੇ ਸਾਰ ਨੂੰ ਵੇਖੀਏ ਤਾਂ ਅਸੀਂ ਵੇਖਦੇ ਹਾਂ ਕਿ ਉਸਤਤ ਦਾ ਅਰਥ ਹੈ ਚੰਗਾ ਬੋਲਣਾ, ਪ੍ਰਸ਼ੰਸਾ ਨੂੰ ਪ੍ਰਗਟ ਕਰਨਾ, ਸਿਫਤ ਕਰਨਾ, ਸ਼ਲਾਘਾ ਕਰਨਾ, ਵਧਾਈ ਦੇਣਾ, ਤਾਲੀ ਵਜਾਉਣਾ, ਉਸਤਤ ਕਰਨਾ, ਦਾਤ ਦੇਣਾ ਆਦਿ ਨਿਕਲਦਾ ਹੈ। ਉਸਤਤ ਪਰਮੇਸ਼ਵਰ ਬਾਰੇ ਗੱਲ ਕਰਨਾ ਜਾਂ ਗਾਉਣਾ ਹੈ। ਇਸ ਵਿੱਚ ਜਸ਼ਨ ਮਨਾਉਣਾ, ਵਡਿਆਈ ਕਰਨਾ, ਉੱਚੀ ਬੋਲਣਾ, ਸਾਜ਼ ਵਜਾਉਣਾ, ਹੱਥਾਂ ਨੂੰ ਚੁੱਕਣਾ ਅਤੇ ਗੋਡੇ ਨਿਵਾਉਣਾ ਸ਼ਾਮਿਲ ਹੈ। ਆਰਾਧਨਾ ਦਾ ਅਰਥ ਆਦਰ ਪ੍ਰਗਟ ਕਰਨਾ, ਡਰ ਦੀ ਇੱਕ ਸਮਝ ਰੱਖਣਾ, ਆਰਾਧਨਾ ਦੇ ਪਦਾਰਥ ਸਾਹਮਣੇ ਝੁਕਣਾ, ਮੁੱਲ ਨੂੰ ਸਮਝਣਾ, ਸਥਾਨ ਦੇਣਾ, ਆਗਿਆਕਾਰੀ ਕਰਨਾ ਆਦਿ ਨਿਕਲਦਾ ਹੈ। ਆਰਾਧਨਾ ਪਰਮੇਸ਼ਵਰ ਨਾਲ ਗੱਲ ਕਰਨਾ ਜਾਂ ਗੀਤਾਂ ਵਿੱਚ ਉਸ ਦੀ ਵਡਿਆਈ ਕਰਨਾ ਹੈ। ਅਸੀਂ ਇਹ ਵੀ ਵੇਖਦੇ ਹਾਂ ਕਿ ਇਕੱਲਾ ਗੀਤ ਗਾਉਣਾ ਹੀ ਆਰਾਧਨਾ ਨਹੀਂ ਹੈ, ਭਾਵੇਂ ਕਿ ਅੱਜ ਸਿਰਫ ਗੀਤ ਗਾਉਣ ਨੂੰ ਹੀ ਆਰਾਧਨਾ ਕਰਕੇ ਵੇਖਿਆ ਜਾਂਦਾ ਹੈ, ਪਰ ਆਰਾਧਨਾ ਸ਼ਬਦ ਬਹੁਤ ਡੂੰਘੇ ਅਰਥ ਨੂੰ ਰੱਖਦਾ ਹੈ। ਗੀਤਾਂ ਰਾਹੀਂ ਪਰਮੇਸ਼ਵਰ ਦੀ ਆਰਾਧਨਾ ਕਰਨਾ ਸਿਰਫ ਖੁਦ ਦਾ ਆਨੰਦ ਲੈਣ ਦਾ ਇੱਕ ਢੰਗ ਨਹੀਂ ਹੈ, ਪਰ ਇਹ ਆਦਰ ਅਤੇ ਸਨਮਾਨ ਅਤੇ ਪਰਮੇਸ਼ਵਰ ਪ੍ਰਤੀ ਧੰਨਵਾਦ ਦੇ ਪ੍ਰਗਟਾਵ ਵਜੋਂ ਕੀਤੀ ਜਾਣੀ ਚਾਹੀਦੀ ਹੈ। ਆਰਾਧਨਾ ਸਾਡੇ ਸ਼ਬਦਾਂ ਰਾਹੀਂ ਅਤੇ ਸਾਡੀਆਂ ਸਰੀਰਕ ਕਿਰਿਆਵਾਂ ਰਾਹੀਂ ਪਰਮੇਸ਼ਵਰ ਪ੍ਰਤੀ ਸਾਡੇ ਧੰਨਵਾਦ ਅਤੇ ਆਦਰ ਨੂੰ ਪ੍ਰਗਟ ਕਰਨਾ ਹੈ। ਅਕਸਰ ਅੱਜ ਦੇ ਸਮੇਂ ਵਿੱਚ ਆਰਾਧਨਾ ਗੀਤ ਗਾਉਣਾ ਅਤੇ ਸਾਜ਼ ਵਜਾ ਕੇ ਪਰਮੇਸ਼ਵਰ ਦੀ ਮਹਿਮਾ ਕਰਨਾ ਗਿਣਿਆ ਜਾਂਦਾ ਹੈ। ਜੇਕਰ ਅਸੀਂ ਬਾਈਬਲ ਦੇ ਇਤਿਹਾਸ ਤੇ ਨਜ਼ਰ ਮਾਰੀਏ ਤਾਂ ਇਹ ਕਾਇਨ ਦੀ ਸੰਤਾਨ ਸੀ ਜਿਸ ਨੇ ਸੰਗੀਤ ਦੇ ਸਾਜ਼ਾਂ ਅਤੇ ਯੁੱਧ ਦੇ ਸਾਧਨਾਂ ਦੋਹਾਂ ਦੀ ਕਾਢ ਕੀਤੀ। ਉਤਪਤ 4 ਅਧਿਆਇ ਉਸਦੀ 21 ਔਰ 22 ਆਇਤ। ਔਰ ਉਸ ਦੇ ਭਰਾ ਦਾ ਨਾਮ ਜੂਬਲ ਸੀ। ਉਹ ਸਾਰਿਆਂ ਦਾ ਪਿਤਾ ਸੀ ਜਿਹੜੇ ਬਰਬਤ ਅਰਬੀਨ ਵਜਾਉਂਦੇ ਸਨ। ਜਿਲਾ ਵੀ ਤੁਬਲ ਕਾਇਨ ਨੂੰ ਜਣੀ। ਉਹ ਲੋਹੇ ਅਰ ਪਿੱਤਲ ਦੇ ਹਰ ਇੱਕ ਵੱਢਣ ਵਾਲੇ ਸੰਨ ਦਾ ਤਿੱਖਾ ਕਰਨ ਵਾਲਾ ਸੀ। ਦੋਸਤੋ, ਜਦੋਂ ਗੀਤਾਂ ਰਾਹੀਂ ਪਰਮੇਸ਼ਵਰ ਦੀ ਆਰਾਧਨਾ ਕਰਨ ਦੀ ਗੱਲ ਆਉਂਦੀ ਹੈ ਤਾਂ ਪਰਮੇਸ਼ਵਰ ਦੀ ਆਰਾਧਨਾ ਕਰਨ ਵਿੱਚ ਸਾਜ਼ਾਂ ਦਾ ਵੀ ਬਹੁਤ ਮਹੱਤਵ ਹੈ। ਦਾਊਦ ਦੇ ਤੰਬੂ ਵਿੱਚ ਬਹੁਤ ਸਾਰੇ ਸਾਜ਼ ਆਰਾਧਨਾ ਲਈ ਇਸਤੇਮਾਲ ਕੀਤੇ ਗਏ ਸਨ। 150 ਜ਼ਬੂਰ ਵਿੱਚ ਕਈ ਸਾਜ਼ਾਂ ਦਾ ਵਰਣਨ ਹੈ। ਇਸ ਛੋਟੇ ਜ਼ਬੂਰ ਵਿੱਚ ਦਾਊਦ ਨੇ ਕਈ ਸਾਜ਼ਾਂ ਦੀ ਸੂਚੀ ਦਿੱਤੀ ਹੈ ਜਿਨ੍ਹਾਂ ਦੀ ਪਰਮੇਸ਼ਵਰ ਦੀ ਉਸਤਤ ਕਰਦੇ ਸਮੇਂ ਵਰਤੋਂ ਹੋਣੀ ਸੀ। ਤੁਰੀ, ਸਿਤਾਰ, ਤਬਲਾ, ਨਿਰਤਕਾਰੀ, ਤਾਰਾਂ ਵਾਲਾ ਵਾਜਾ, ਸਪਸ਼ਟ ਸੁਰ ਵਾਲੀ ਝਾਂਜ, ਛਣਕਣ ਵਾਲੀ ਝਾਂਜ। ਦਾਊਦ ਦੇ ਸਮੇਂ 4000 ਸਾਜੀ ਸਨ ਜਿਹੜੇ ਪਰਮੇਸ਼ਵਰ ਦੀ ਉਸਤਤ ਅਤੇ ਆਰਾਧਨਾ ਲਈ ਸਾਜ਼ਾਂ ਨੂੰ ਵਜਾਉਂਦੇ ਸਨ। ਪਹਿਲਾ ਇਤਿਹਾਸ 23 ਅਧਿਆਇ ਉਸਦੀ 5 ਆਇਤ ਦਾ ਹਵਾਲਾ ਸਾਨੂੰ ਦੱਸਦਾ ਹੈ। 4000 ਦਰਬਾਨ ਸਨ ਅਤੇ 4000 ਉਹਨਾਂ ਸਾਜ਼ਾਂ ਅਤੇ ਵਜੰਤਰਾਂ ਨੂੰ ਵਜਾਉਂਦੇ ਸਨ ਜਿਹੜੇ ਮੈਂ ਦਾਊਦ ਨੇ ਆਖਿਆ ਹੈ ਯਹੋਵਾ ਦੀ ਉਸਤਤ ਲਈ ਬਣਾਏ ਹਨ। ਪਿਆਰਿਓ, ਸੰਗੀਤ ਦੇ ਸਾਜ਼ ਨਿਰੰਤਰ ਆਰਾਧਨਾ ਅਤੇ ਉਸਤਤ ਨੂੰ ਪ੍ਰਗਟ ਕਰਨ ਲਈ ਵਰਤੇ ਜਾਂਦੇ ਰਹੇ ਹਨ, ਪਰ ਜਦੋਂ ਪਰਮੇਸ਼ਵਰ ਦੀ ਆਰਾਧਨਾ ਕਰਨ ਦੀ ਗੱਲ ਆਉਂਦੀ ਹੈ ਤਾਂ ਇੱਕ ਸੁਭਾਵਿਕ ਹੁਨਰ ਦੀ ਬਜਾਏ ਇੱਕ ਆਤਮਿਕ ਹੁਨਰ ਵੀ ਹੋਣਾ ਜ਼ਰੂਰੀ ਹੈ। ਹੁਨਰ ਸਿਰਫ ਇੱਕ ਸਾਜ਼ ਨੂੰ ਵਜਾਉਣ ਦਾ ਹੀ ਨਹੀਂ, ਪਰ ਆਤਮਾ ਨੂੰ ਮਹਿਸੂਸ ਕਰਨ ਅਤੇ ਵਹਾਅ ਨੂੰ ਸਮਝਣ ਅਤੇ ਪ੍ਰਗਟ ਕਰਨ ਦਾ ਹੁਨਰ। ਜੇਕਰ ਸਾਜ਼ ਵਜਾਉਣ ਵਾਲਾ ਪਰਮੇਸ਼ਵਰ ਦੇ ਆਤਮਾ ਨਾਲ ਭਰਪੂਰ ਹੈ ਤਾਂ ਇਹ ਸੰਗੀਤ ਬਹੁਤਿਆਂ ਲਈ ਇੱਕ ਛੁਟਕਾਰੇ ਦਾ ਕਾਰਨ ਵੀ ਹੋ ਸਕਦਾ ਹੈ। ਦਾਊਦ ਦੇ ਕੁਸ਼ਲਤਾ ਨਾਲ ਬਰਬਤ ਨੂੰ ਵਜਾਉਣ ਨਾਲ ਸ਼ਾਉਲ ਨੂੰ ਪਰੇਸ਼ਾਨ ਕਰਨ ਵਾਲੀ ਆਤਮਾ ਨਿਕਲ ਗਈ ਅਤੇ ਉਸ ਲਈ ਤਾਜ਼ਗੀ ਅਤੇ ਚੰਗਿਆਈ ਨੂੰ ਲਿਆਈ ਸੀ। ਜਦੋਂ ਵੀ ਸਤਾਉਣ ਵਾਲਾ ਆਤਮਾ ਸ਼ਾਉਲ ਤੇ ਆਇਆ, ਦਾਊਦ ਬਰਬਤ ਲੈ ਕੇ ਆਉਂਦਾ ਅਤੇ ਵਜਾਉਂਦਾ ਸੀ। ਤਦ ਸ਼ਾਂਤੀ ਸ਼ਾਉਲ ਕੋਲ ਆਉਂਦੀ ਸੀ। ਉਹ ਚੰਗਾ ਮਹਿਸੂਸ ਕਰਦਾ ਸੀ ਅਤੇ ਸਤਾਉਣ ਵਾਲਾ ਆਤਮਾ ਉਸ ਨੂੰ ਛੱਡ ਕੇ ਚਲਿਆ ਜਾਂਦਾ ਸੀ। ਇਹੀ ਕਾਰਨ ਹੈ ਕਿ ਅੱਜ ਵੀ ਬਹੁਤ ਸਾਰੇ ਆਤਮਿਕ ਗੀਤਾਂ ਅਤੇ ਸੰਗੀਤ ਨਾਲ ਕੀਤੀ ਗਈ ਪਰਮੇਸ਼ਵਰ ਦੀ ਆਰਾਧਨਾ ਤੋਂ ਬਾਅਦ ਲੋਕ ਅੱਜ ਵੀ ਸ਼ਾਂਤੀ ਅਤੇ ਤਾਜ਼ਗੀ ਨੂੰ ਮਹਿਸੂਸ ਕਰਦੇ ਹਨ। ਜੇਕਰ ਅਸੀਂ ਇਸੇ ਉਦਾਹਰਣ ਤੇ ਗੌਰ ਕਰੀਏ ਤਾਂ ਅੱਜ ਵੀ ਪਰਮੇਸ਼ਵਰ ਚੰਗੇ ਸੁਰੀਲੇ ਅਤੇ ਕੁਸ਼ਲ ਸੰਗੀਤਕਾਰਾਂ ਅਤੇ ਸਾਜੀਆਂ ਨੂੰ ਆਰਾਧਨਾ ਵਿੱਚ ਲੋਕਾਂ ਦੀ ਅਗਵਾਈ ਕਰਨ ਲਈ ਇਸਤੇਮਾਲ ਕਰਦਾ ਹੈ। ਪਰ ਇਕੱਲਾ ਸੁਰਾਂ ਅਤੇ ਰਾਗਾਂ ਦਾ ਗਿਆਨ ਹੋਣਾ ਵਿਅਕਤੀ ਨੂੰ ਸਿਰਫ ਕਲਾਕਾਰ ਬਣਾਉਂਦਾ ਹੈ। ਉਹ ਪਰਮੇਸ਼ਵਰ ਦਾ ਆਰਾਧਕ ਨਹੀਂ ਹੋ ਸਕਦਾ ਹੈ। ਪਰਮੇਸ਼ਵਰ ਇੱਕ ਆਤਮਾ ਹੈ ਅਤੇ ਸਾਨੂੰ ਆਤਮਾ ਤੇ ਸੱਚਾਈ ਵਿੱਚ ਉਸ ਦੀ ਆਰਾਧਨਾ ਕਰਨੀ ਚਾਹੀਦੀ ਹੈ। ਪ੍ਰਭੂ ਯਿਸੂ ਨੇ ਯਹੂਨਾ 4 ਅਧਿਆਇ ਉਸਦੀ 23 ਔਰ 24 ਆਇਤ ਵਿੱਚ ਆਖਿਆ ਸੀ, ਪਰ ਉਹ ਸਮਾਂ ਆਉਂਦਾ ਹੈ, ਸਗੋਂ ਹੁਣੇ ਹੈ, ਜੋ ਸੱਚੀ ਭਗਤ ਆਤਮਾ ਔਰ ਸੱਚਾਈ ਨਾਲ ਪਿਤਾ ਦੀ ਭਗਤੀ ਕਰਨਗੇ, ਕਿਉਂਕਿ ਪਿਤਾ ਇਹੋ ਜਿਹੇ ਭਗਤਾਂ ਨੂੰ ਚਾਹੁੰਦਾ ਹੈ। ਪਰਮੇਸ਼ਵਰ ਆਤਮਾ ਹੈ ਅਤੇ ਜੋ ਉਹਦੀ ਭਗਤੀ ਕਰਦੇ ਹਨ ਉਹਨਾਂ ਨੂੰ ਚਾਹੀਦਾ ਹੈ ਭਈ ਉਹ ਆਤਮਾ ਅਤੇ ਸੱਚਾਈ ਦੇ ਨਾਲ ਭਗਤੀ ਕਰਨ। ਪਿਆਰਿਓ, 150 ਜ਼ਬੂਰ ਉਸਦੀ 6 ਆਇਤ ਅਨੁਸਾਰ ਵੀ ਪਰਮੇਸ਼ਵਰ ਚਾਹੁੰਦਾ ਹੈ ਕਿ ਹਰੇਕ ਪ੍ਰਾਣੀ ਉਸਦੀ ਉਸਤਤ ਕਰੇ। ਇੱਥੇ ਨਵੇਂ ਨੇਮ ਵਿੱਚ ਪਰਮੇਸ਼ਵਰ ਆਤਮਾ ਤੇ ਸੱਚਾਈ ਨਾਲ ਭਗਤੀ ਜਾਂ ਆਰਾਧਨਾ ਕਰਨ ਵਾਲੇ ਲੋਕਾਂ ਨੂੰ ਪਾਲਦਾ ਹੈ। ਸੱਚਾਈ ਵਿੱਚ ਆਰਾਧਨਾ ਕਰਨ ਦਾ ਅਰਥ ਹੈ ਕੁਝ ਵੀ ਲੁਕਿਆ ਹੋਇਆ ਨਹੀਂ। ਅਸੀਂ ਪਾਰਦਰਸ਼ੀ ਉਸ ਦੇ ਸਾਹਮਣੇ ਖੁੱਲੇ ਬਿਨਾਂ ਕੁਝ ਲੁਕਾਏ ਹੋਏ ਖੜੇ ਹੁੰਦੇ ਹਾਂ। ਪੁਰਾਣੇ ਨੇਮ ਦੇ ਯਾਜਕ ਵਾਂਗ ਹੀ ਸਾਨੂੰ ਉਸ ਦੀ ਹਜ਼ੂਰੀ ਵਿੱਚ ਆਉਣ ਲਈ ਤਿਆਰੀ ਕਰਨੀ ਚਾਹੀਦੀ ਹੈ। ਯਾਜਕਾਂ ਨੂੰ ਸੇਵਕਾਈ ਲਈ ਆਉਣ ਤੋਂ ਪਹਿਲਾਂ ਆਪਣੇ ਆਪ ਨੂੰ ਸ਼ੁੱਧ ਕਰਨਾ ਬਹੁਤ ਜ਼ਰੂਰੀ ਹੁੰਦਾ ਸੀ। ਸਾਨੂੰ ਪੂਰਨ ਸੱਚਾਈ ਵਿੱਚ ਉਸ ਦੇ ਅੱਗੇ ਖੜੇ ਹੋਣਾ ਹੈ। ਸਾਨੂੰ ਆਪਣੇ ਆਪ ਨੂੰ ਸ਼ੁੱਧ ਕਰਨਾ ਹੈ ਅਤੇ ਇੱਕ ਸ਼ੁੱਧ ਦਿਲ ਤੋਂ ਪਰਮੇਸ਼ਵਰ ਦੀ ਆਰਾਧਨਾ ਕਰਨੀ ਹੈ। ਆਤਮਾ ਵਿੱਚ ਆਰਾਧਨਾ ਕਰਨਾ ਸਾਡੇ ਪੂਰੇ ਦਿਲ ਨਾਲ ਆਰਾਧਨਾ ਕਰਨਾ ਹੈ। ਆਤਮਾ ਵਿੱਚ ਆਰਾਧਨਾ ਕਰਨ ਦਾ ਅਰਥ ਸਾਡੀ ਆਤਮਾ ਤੋਂ ਪਵਿੱਤਰ ਆਤਮਾ ਦੀ ਸ਼ਕਤੀ ਦੁਆਰਾ ਆਰਾਧਨਾ ਕਰਨਾ ਵੀ ਹੈ। ਦੋਸਤੋ, ਗੀਤਾਂ ਰਾਹੀਂ ਪਰਮੇਸ਼ਵਰ ਦੀ ਆਰਾਧਨਾ ਅਤੇ ਉਸਤਤ ਕਰਨ ਦੀਆਂ ਉਦਾਹਰਨਾਂ ਨੂੰ ਅਸੀਂ ਪੂਰੀ ਬਾਈਬਲ ਵਿੱਚ ਵੇਖਦੇ ਹਾਂ। ਕੂਚ 15 ਅਧਿਆਇ ਉਸਦੀ 1 ਅਤੇ 2 ਆਇਤ ਵਿੱਚ ਮੂਸਾ ਨੇ ਪਰਮੇਸ਼ਵਰ ਦੀ ਗੀਤ ਗਾ ਕੇ ਉਸਤਤ ਕੀਤੀ।
20 ਆਇਤ ਵਿੱਚ ਮਰੀਅਮ ਅਤੇ ਔਰਤਾਂ ਨੇ ਪਰਮੇਸ਼ਵਰ ਦੀ ਉਸਤਤ ਲਈ ਗੀਤ ਗਾਇਆ। ਨਹੀਂਆਂ 5 ਅਧਿਆਇ ਉਸ ਦੀ 1 ਔਰ 2 ਆਇਤ ਵਿੱਚ ਦਬੋਰਾ ਅਤੇ ਬਰਾਕ ਨੇ ਵੀ ਜਿੱਤ ਲਈ ਗੀਤ ਗਾ ਕੇ ਪਰਮੇਸ਼ਵਰ ਦੀ ਉਸਤਤ ਕੀਤੀ ਸੀ। ਪਹਿਲਾ ਸੈਮੂਅਲ 18 ਅਧਿਆਇ ਉਸ ਦੀ 6 ਆਇਤ ਵਿੱਚ ਇਸਰਾਏਲੀ ਔਰਤਾਂ ਨੇ ਗੋਲੀਅਤ ਉੱਤੇ ਜਿੱਤ ਲਈ ਗੀਤ ਗਾ ਕੇ ਵਡਿਆਈ ਕੀਤੀ। ਨਵੇਂ ਨੇਮ ਵਿੱਚ ਮੱਤੀ 26 ਅਧਿਆਇ ਉਸ ਦੀ 30 ਆਇਤ ਵਿੱਚ ਯਸੂ ਨੇ ਚੇਲਿਆਂ ਨਾਲ ਗੀਤ ਗਾਇਆ। ਪੌਲੁਸ ਨੇ ਵੀ ਆਪਣੀਆਂ ਪੱਤਰੀਆਂ ਵਿੱਚ ਗੀਤ ਗਾ ਕੇ ਪਰਮੇਸ਼ਵਰ ਦੀ ਵਡਿਆਈ ਕਰਨ ਦੀ ਸਿੱਖਿਆ ਦਿੱਤੀ ਹੈ। ਦੋਸਤੋ, ਪਰ ਸੰਗੀਤ ਰਾਹੀਂ ਪਰਮੇਸ਼ਵਰ ਦੀ ਆਰਾਧਨਾ ਅਤੇ ਵਡਿਆਈ ਕਰਦੇ ਸਮੇਂ ਇਹ ਗੱਲ ਧਿਆਨ ਦੇਣ ਯੋਗ ਹੈ ਕਿ ਇਹੀ ਢੰਗ ਨੂੰ ਸ਼ੈਤਾਨ ਦੀ ਵਡਿਆਈ ਕਰਨ ਲਈ ਵੀ ਵਰਤਿਆ ਜਾਂਦਾ ਹੈ। ਪਰਮੇਸ਼ਵਰ ਦੇ ਲੋਕਾਂ ਨੂੰ ਇਸ ਵਿੱਚ ਫਰਕ ਨੂੰ ਸਮਝਣ ਦੀ ਲੋੜ ਹੈ। ਮਸੀਹੀ ਗੀਤਾਂ ਦੀ ਧੁਨ ਅਤੇ ਸੁਰ ਅਤੇ ਸ਼ਬਦ ਸੰਸਾਰਿਕ ਗੀਤਾਂ ਅਤੇ ਬੋਲਾਂ ਨਾਲੋਂ ਵੱਖਰੇ ਹੋਣੇ ਚਾਹੀਦੇ ਹਨ। ਜਦੋਂ ਮੂਸਾ ਨੇ ਕੂਚ 32 ਉਸ ਦੀ 17 ਆਇਤ ਵਿੱਚ ਲੋਕਾਂ ਦੀ ਆਵਾਜ਼ ਸੁਣੀ ਤਾਂ ਉਹ ਸਮਝ ਗਿਆ ਕਿ ਇਹ ਆਰਾਧਨਾ ਨਹੀਂ ਹੈ, ਇਹ ਗਾਉਣ ਦੀ ਹੀ ਆਵਾਜ਼ ਸੀ, ਪਰ ਸੱਚੇ ਪਰਮੇਸ਼ਵਰ ਦੀ ਆਰਾਧਨਾ ਨਹੀਂ ਸੀ। ਦੈਨੀਅਲ 3 ਅਧਿਆਇ ਵਿੱਚ ਜਦੋਂ ਬਹੁਤ ਸਾਰੇ ਸਾਜ਼ਾਂ ਦੀ ਆਵਾਜ਼ ਸੁਣਾਈ ਦਿੰਦੀ ਸੀ ਤਾਂ ਇਹ ਵੀ ਲੋਕਾਂ ਨੂੰ ਸੱਚੇ ਪਰਮੇਸ਼ਵਰ ਦੀ ਬਜਾਏ ਕਿਸੇ ਹੋਰ ਦੀ ਆਰਾਧਨਾ ਕਰਨ ਜਾਂ ਕਿਸੇ ਹੋਰ ਦੇ ਅੱਗੇ ਸਿਰ ਨਿਵਾਉਣ ਲਈ ਪ੍ਰੇਰਿਤ ਕਰਨ ਵਾਸਤੇ ਸੀ। ਪਿਆਰਿਓ, ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਪਰਮੇਸ਼ਵਰ ਸੋਹਣੀ ਆਵਾਜ਼ ਅਤੇ ਕੁਸ਼ਲ ਸਾਜ਼ੀਆਂ ਨੂੰ ਆਪਣੇ ਲੋਕਾਂ ਦੀ ਆਰਾਧਨਾ ਵਿੱਚ ਅਗਵਾਈ ਕਰਨ ਲਈ ਇਸਤੇਮਾਲ ਕਰਦਾ ਹੈ, ਪਰ ਉਸ ਦੇ ਲਈ ਉਹਨਾਂ ਦਾ ਆਤਮਾ ਅਤੇ ਸੱਚਾਈ ਨਾਲ ਭਰਪੂਰ ਹੋਣਾ ਅਤਿ ਜ਼ਰੂਰੀ ਹੈ। ਪਰ ਜਦੋਂ ਆਰਾਧਕ ਹੋਣ ਦੀ ਗੱਲ ਆਉਂਦੀ ਹੈ ਤਾਂ ਪਰਮੇਸ਼ਵਰ ਚਾਹੁੰਦਾ ਹੈ ਕਿ ਹਰ ਪ੍ਰਾਣੀ ਹੀ ਉਸ ਦਾ ਆਰਾਧਕ ਬਣੇ, ਕਿਉਂ ਜੋ ਪਰਮੇਸ਼ਵਰ ਆਤਮਾ ਅਤੇ ਸੱਚਾਈ ਵਿੱਚ ਭਗਤੀ ਕਰਨ ਵਾਲੇ ਲੋਕਾਂ ਨੂੰ ਪਾਲਦਾ ਹੈ। ਅਤੇ ਨਾਲ ਹੀ ਇਹ ਵੀ ਜ਼ਰੂਰੀ ਹੈ ਕਿ ਸਾਜੀ ਦਾਊਦ ਵਾਂਗ ਪਰਮੇਸ਼ਵਰ ਦੀ ਆਤਮਾ ਨਾਲ ਵੀ ਭਰਪੂਰ ਹੋਣ, ਤਾਂ ਜੋ ਗੀਤਾਂ ਰਾਹੀਂ ਪਰਮੇਸ਼ਵਰ ਲਈ ਕੀਤੀ ਆਰਾਧਨਾ ਲੋਕਾਂ ਵਾਸਤੇ ਇੱਕ ਵੱਡੇ ਛੁਟਕਾਰੇ ਦਾ ਕਾਰਨ ਹੋ ਸਕੇ। ਇਹ ਵੀ ਜਾਣਨਾ ਜ਼ਰੂਰੀ ਹੈ ਕਿ ਜੇਕਰ ਵਿਅਕਤੀ ਆਤਮਾ ਅਤੇ ਸੱਚਾਈ ਨਾਲ ਭਰਪੂਰ ਹੈ ਤਾਂ ਉਹ ਸਿਰਫ ਗੀਤਾਂ ਰਾਹੀਂ ਹੀ ਪਰਮੇਸ਼ਵਰ ਦੀ ਉਸਤਤ ਅਤੇ ਆਰਾਧਨਾ ਨਹੀਂ ਕਰੇਗਾ, ਪਰ ਉਸ ਦੀ ਆਰਾਧਨਾ ਅਬਰਾਹਮ ਵਾਂਗੀ ਆਪਣੇ ਜੀਵਨ ਵਿੱਚ ਪਰਮੇਸ਼ਵਰ ਦੇ ਹੁਕਮਾਂ ਦੀ ਆਗਿਆਕਾਰੀ ਵਿੱਚ ਵੀ ਪ੍ਰਗਟ ਹੋਵੇਗੀ, ਭਾਵੇਂ ਇਸ ਵਿੱਚ ਕਿਸੇ ਵੀ ਤਰ੍ਹਾਂ ਦਾ ਬਲੀਦਾਨ ਵੀ ਕਿਉਂ ਨਾ ਸ਼ਾਮਿਲ ਹੋਵੇ। ਆਰਾਧਨਾ ਇਕੱਲਾ ਆਪਣੀ ਕਲਾ ਅਤੇ ਸੁਰ ਦਾ ਵਿਖਾਵਾ ਕਰਨਾ ਹੀ ਨਹੀਂ ਹੈ, ਅਤੇ ਸਿਰਫ ਆਪਣੇ ਆਪ ਨੂੰ ਉੱਚਾ ਕਰਨਾ ਹੀ ਨਹੀਂ, ਪਰ ਆਪਣੇ ਨਾਲੋਂ ਵੀ ਕਿਸੇ ਉੱਚੇ ਅਤੇ ਸ਼੍ਰੇਸ਼ਟ ਵਿਅਕਤੀ ਅੱਗੇ ਸਿਰ ਅਤੇ ਗੋਡੇ ਨਿਵਾ ਕੇ ਉਸ ਦੀ ਵਡਿਆਈ ਕਰਨਾ ਹੈ। ਪਰਮੇਸ਼ਵਰ ਤੁਹਾਨੂੰ ਸਭਨਾਂ ਨੂੰ ਆਤਮਾ ਅਤੇ ਸੱਚਾਈ ਵਿੱਚ ਜਿਉਂਦੇ ਪਰਮੇਸ਼ਵਰ ਦੀ ਆਰਾਧਨਾ ਕਰਨ ਦਾ ਬਲ ਦੇਵੇ।